ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਚੁਣ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ गुरु के प्यारे कीर्तनिया पासों आप जी ने श्रवण किया। गुरु दर ते जुड़ के अपने जीवन नूं सवारण दा निमाणा जिहा यतन उपराला कर रहे हैं। साहिब श्री गुरु अर्जन देव महाराज ਅੱਜ ਦੇ ਇਸ ਪਾਵਨ ਬਚਨ ਅੰਦਰ ਕਿਰਪਾ ਕਰਦੇ ਹੋਏ, ਸੋਝੀ ਬਖਸ਼ਦੇ ਹੋਏ ਸਮਝਾਉਂਦੇ ਨੇ। ਸਤਿਗੁਰੂ ਕਹਿੰਦੇ ਉਹ ਵਾਹਿਗੁਰੂ ਤਦੋਂ ਮਿਲਦਾ ਜਦੋਂ ਗੁਰੂ ਕਿਰਪਾਲੂ ਹੋ ਜਾਂਦਾ ਹੈ, ਜਦੋਂ ਗੁਰੂ ਤਰੁੱਟ ਪੈਂਦਾ ਹੈ। ਤੋ ਮਿਲੀਐ ਗੁਰ ਕਿਰਪਾਨ ਮੇਰੇ ਮਨਾ। ਹੇ ਮੇਰੇ ਮਨ, ਜਦੋਂ ਗੁਰੂ ਤਰੁੱਠ ਪਿਆ ਨਾ, ਜਦੋਂ ਗੁਰੂ ਪ੍ਰਸੰਨ ਹੋ ਗਿਆ, ਤਦੋਂ ਉਹ ਵਾਹਿਗੁਰੂ ਮਿਲ ਪੈਂਦਾ ਹੈ। ਇਸ ਲਈ ਗੁਰੂ ਕਿਸੇ ਤਰ੍ਹਾਂ ਰੀਝ ਪਵੇ ਸਾਡੇ ਤੇ, ਗੁਰੂ ਦੀ ਖੁਸ਼ੀ, गुरु की बख्शिश हो जाए। उहदी बख्शिश तो बिना, उहदी रहमत तो बिना कुछ होने वाला नहीं है। जदों तुसीं जपजी साहब पढ़ोगे तो गुरु नानक साहब महाराज जी ने वाहिगुरू तक पहुँचण दे 5 खंडां दा जिक्र कीता है। 4 खंड पड़ा ने, 5वीं मंजिल है सचखंड है। ते जदों तुसीं इन्हां नूं पढ़ोगे, विचारोगे तां समझ आउंदी है कि सब तो पहला धर्म खंड है, फिर ज्ञान का खंड है, उस तो बाद श्रम खंड, मेहनत का खंड, कि बंदे ने धर्म के अनुसार अपना जीवन जीविया। पहला धर्म खंड, जो मर्यादा दसी गई, जो डिसिपलिन दसिया गया, जो नियम नियमावली दसी गई, उहदे मुताबिक आदमी तुरिया। फिर उसनूं सोझी आई, सही ते गलत दा पता चलिया, झूठ की है सच की है जानिया। जिस माया नूं सच समझ के बैठा सी वो झूठ है, ज्ञान होया। ते समझ आई कि इस वाहिगुरू दी इस कुदरत विच बेअंत चीज़ां ने जिन्हां दा कोई अंत नहीं है। बेअंत, केते इंद चंद सूर, केते केते मंडल देश, के बेअंत ने जिन्हां दा कोई अंत नहीं है। फिर वो मेहनत करने वाले पासे लग गया। सरमखंड की बाणी रूप कि मेहनत, सिमरन, साधना, तपस्या। जदों इस तरह वो इस खंड विच पहुँचता है, तदों उहदा रूप घड़िया जाता है। तिथै घाड़त घड़ी है बहुत अनूप, इत्थे रूप रंग घड़िया गया।
ਇੱਥੇ ਉਹਦੇ ਅੰਦਰ ਗੁਣ ਪੈਦਾ ਹੋਏ। ਜਦੋਂ ਉਹ ਗੁਣੀ ਬਣ ਗਿਆ, ਉਹਦਾ ਜੀਵਨ ਘੜਿਆ ਗਿਆ, ਫਿਰ ਕਰਮਖੰਡ। ਕਰਮਖੰਡ ਕੀ ਬਾਣੀ ਕੀ ਹੈ? ਜ਼ੋਰ। ਇੱਥੇ ਜ਼ੋਰ ਹੈ। ਇੱਥੇ ਜ਼ੋਰ ਕਿਹਦਾ ਹੈ? ਇੱਥੇ ਜ਼ੋਰ ਬੰਦੇ ਦਾ ਨਹੀਂ ਹੈ। ਸਾਡਾ ਜ਼ੋਰ ਸਿਰਫ ਸਰਮਖੰਡ ਤੱਕ ਹੈ। ਧਰਮ ਦੇ ਵਿੱਚ ਜੀਣਾ, ਉਹਦੇ ਤੇ ਪਹਿਰਾ ਦੇਣਾ, ਗਿਆਨ ਹਾਸਲ ਕਰਨਾ, ਜਾਣਕਾਰੀਆਂ ਪ੍ਰਾਪਤ ਕਰਨਾ, ਸਾਡਾ ਜ਼ੋਰ ਉਹਨਾਂ ਜਾਣਕਾਰੀਆਂ, ਉਹਨਾਂ ਸੂਚਨਾਵਾਂ ਦੇ ਮੁਤਾਬਕ ਜੀਵਨ ਜਿਉਣਾ, ਮਿਹਨਤ ਕਰਨਾ, ਸਾਡਾ ਜ਼ੋਰ ਇੱਥੋਂ ਤੱਕ ਹੈ। ਕਿਰਪਾ ਦੇ ਉੱਤੇ ਸਾਡਾ ਕੋਈ ਜ਼ੋਰ ਨਹੀਂ ਹੈ। ਉਹਦੀ ਬਖਸ਼ਿਸ਼ ਤੇ ਸਾਡਾ ਕੋਈ ਜ਼ੋਰ ਨਹੀਂ ਹੈ। ਜੇ ਉਹਦੀ ਬਖਸ਼ਿਸ਼ ਤੇ ਵੀ ਸਾਡਾ ਜ਼ੋਰ ਹੋਵੇ ਤਾਂ ਫਿਰ ਉਹਦੀ ਬਖਸ਼ਿਸ਼ ਉਹਦੀ ਕਾਹਦੀ ਹੋਈ? ਉਹ ਤਾਂ ਸਾਡੀ ਹੋਈ ਨਾ, ਫਿਰ ਅਸੀਂ ਜ਼ੋਰ ਨਾਲ ਹਾਸਲ ਕਰ ਲਈ। ਇਸ ਲਈ ਇੱਥੇ ਜਿਹੜਾ ਜ਼ੋਰ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਇੱਥੇ ਜ਼ੋਰ ਉਸ ਵਾਹਿਗੁਰੂ ਦਾ ਹੈ, ਕਿਉਂਕਿ ਉਹਦੇ ਤੇ ਸਾਡਾ ਕੋਈ ਹੁਕਮ ਨਹੀਂ ਚੱਲਦਾ। ਇੱਥੇ ਕੌਣ ਹੈ? ਸਤਿਗੁਰੂ ਕਹਿੰਦੇ ਇੱਥੇ ਤੱਕ ਉਹ ਪਹੁੰਚਦਾ ਹੈ ਜਿਹੜਾ ਸੂਰਮਾ ਹੈ, ਜਿਹੜਾ ਯੋਧਾ ਹੈ। ਜੋਧ ਮਹਾਬਲ ਸੂਰ, ਜਿਹੜਾ ਮਹਾਬਲੀ ਹੈ, ਜਿਹਨੇ ਆਪਣੇ ਅੰਦਰਲੇ ਵਿਕਾਰਾਂ ਨੂੰ ਮਾਰ ਲਿਆ, ਜਿਹਨੇ ਆਪਣੇ ਅੰਦਰੋਂ ਕਾਮ ਕ੍ਰੋਧ ਨੂੰ ਖਤਮ ਕਰ ਲਿਆ। ਐਸਾ ਸੂਰਮਾ ਜਿਹੜਾ ਇੱਥੇ ਤੱਕ ਪਹੁੰਚਿਆ, ਸਤਿਗੁਰੂ ਕਹਿੰਦੇ ਉਹ ਉਹਦੀ ਰਹਿਮਤ, ਉਹਦੀ ਬਖਸ਼ਿਸ਼ ਦਾ ਪਾਤਰ ਬਣਿਆ। ਤੇ ਜਿਹਦੇ ਤੇ ਉਹਦੀ ਬਖਸ਼ਿਸ਼ ਹੋਈ, ਸੱਚਖੰਡ ਵਿੱਚ ਉਹ ਆਪਣਿਆ। ਕਰਮਖੰਡ ਤੇ ਸਰਮਖੰਡ, ਸੱਚਖੰਡ, ਇਹਨਾਂ ਦੋਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਇੱਕੋ ਪੌੜੀ ਵਿੱਚ ਰੱਖਿਆ। ਇੱਕੋ ਪੌੜੀ ਵਿੱਚ ਇਹ ਦੋਨੋਂ ਨੇ, ਕਿਉਂਕਿ ਜਦੋਂ ਉਹਦੀ ਕਰਮ ਬਖਸ਼ਿਸ਼ ਹੁੰਦੀ ਹੈ, ਉਹ ਨਾਲ ਦੀ ਨਾਲ ਉੱਥੇ ਹੀ ਹੈ। ਉਹਦੀ ਬਖਸ਼ਿਸ਼ ਹੀ ਉੱਥੇ ਹੀ ਹੋਵੇਗੀ ਜਿੱਥੇ ਉਹ ਆਪ ਹੋਵੇਗਾ। ਉਹਦਾ ਕਰਮ, ਉਹਦੀ ਕਰਮ ਨਵਾਜ਼ੀ ਉੱਥੇ ਹੀ ਹੈ ਜਿੱਥੇ ਉਹ ਆਪ ਹੈ। ਇਸ ਲਈ ਉਹਦੀ ਰਹਿਮਤ ਉਹਦੇ ਤੋਂ ਵੱਖਰੀ ਨਹੀਂ ਹੈ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਉਹਦੀ ਬਖਸ਼ਿਸ਼ ਹਾਸਲ ਕਰ ਲਈ, ਉਹਨਾਂ ਨੂੰ ਵਾਹਿਗੁਰੂ ਮਿਲ ਪਿਆ। ਤੋ ਮਿਲੀਐ ਗੁਰ ਕਿਰਪਾਨ ਮੇਰੇ ਮਨਾ। ਜਦੋਂ ਗੁਰੂ ਕਿਰਪਾਨ ਹੋ ਗਿਆ, ਗੁਰੂ ਕਿਰਪਾਲੂ ਹੋ ਗਿਆ, ਉਹ ਤਰੁੱਠ ਪਿਆ। ਸਤਿਗੁਰੂ ਕਹਿੰਦੇ ਉਹ ਕਿਵੇਂ ਤਰੁੱਠਦਾ ਹੈ? ਗੁਰੂ ਕਿਵੇਂ ਸਾਡੇ ਤੇ ਕਿਰਪਾਲੂ ਹੁੰਦਾ ਹੈ? ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮਨਸਾ ਏਕ ਮਾਨ ਹਾਂ। ਆਪਣੇ ਮਨ ਵਿੱਚ ਇੱਕ ਮਨਸ਼ਾ ਹੋਵੇ ਤੇਰੇ, ਬਸ ਇੱਕ ਮਨਸਾ ਤੋਂ ਬਿਨਾਂ ਕੋਈ ਹੋਰ ਨਹੀਂ। ਸਾਡੇ ਮਨ ਵਿੱਚ ਬਹੁਤ ਤਰ੍ਹਾਂ ਦੀਆਂ ਮਨਸ਼ਾ ਨੇ। ਅਸੀਂ ਹੁਣੇ ਕੋਈ ਅਰਦਾਸ ਕੀਤੀ ਹੈ, ਅਗਲੇ ਪਲ ਕਿਸੇ ਹੋਰ ਚੀਜ਼ ਦੀ ਮਨਸ਼ਾ ਖੜੀ ਹੋ ਜਾਂਦੀ ਹੈ, ਫਿਰ ਕਿਸੇ ਹੋਰ ਚੀਜ਼ ਦੀ, ਫਿਰ ਕਿਸੇ ਹੋਰ ਚੀਜ਼ ਦੀ। ਬੇਅੰਤ ਤਰ੍ਹਾਂ ਦੀਆਂ ਮਨਸ਼ਾ ਨੇ ਸਾਡੇ ਮਨ ਅੰਦਰ, ਤੇ ਇਹਨਾਂ ਦੀ ਵਜ੍ਹਾ ਕਰਕੇ ਹੀ ਭਟਕਣਾ ਹੈ। ਕਿਉਂਕਿ ਜਿੰਨੀ ਸਾਡੀ ਮਨਸ਼ਾਵਾਂ ਨੇ, ਇੱਛਾਵਾਂ ਨੇ, ਓਨੀ ਸਾਡੀ ਭਟਕਣਾ ਹੈ। ਸਤਿਗੁਰੂ ਕਹਿੰਦੇ ਮਨਸਾ ਇੱਕ ਹੋਵੇ, ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਮਨਸ਼ਾ, ਕੋਈ ਇੱਛਾ ਹੋਵੇ ਹੀ ਨਾ। ਆਪਣੇ ਜੀਵਨ ਦੇ ਵਿੱਚ ਉਹੀ ਲੋਕ ਤਰੱਕੀ ਕਰਦੇ ਨੇ ਜਿਨ੍ਹਾਂ ਨੇ ਆਪਣਾ ਇੱਕ ਟੀਚਾ ਮਿੱਥ ਲਿਆ ਕਿ ਮੈਂ ਇਸ ਮੁਕਾਮ ਤੱਕ ਪਹੁੰਚਣਾ ਹੀ ਪਹੁੰਚਣਾ ਹੈ। ਇੱਕ ਮੁਕਾਮ, ਇੱਕ ਟੀਚਾ ਮਿੱਥ ਲਿਆ, ਉਸ ਟੀਚੇ ਤੋਂ ਘੱਟ 'ਚ ਨਹੀਂ ਸਰਨਾ, ਉਹ ਹਾਸਲ ਕਰਕੇ ਹੀ ਰਵਾਂਗਾ। ਜਿਨ੍ਹਾਂ ਨੇ ਐਸਾ ਮਿੱਥ ਲਿਆ, ਦਿਨ ਰਾਤ ਉਹ ਉਹਦੇ ਲਈ ਮਿਹਨਤ ਮੁਸ਼ੱਕਤ ਕਰਦੇ ਨੇ ਤੇ ਇੱਕ ਦਿਨ ਉਸ ਟੀਚੇ ਤੇ ਪਹੁੰਚ ਹੀ ਜਾਂਦੇ ਨੇ, ਉਸ ਮੁਕਾਮ ਨੂੰ ਹਾਸਲ ਕਰ ਹੀ ਲੈਂਦੇ ਨੇ।
साडे मन अंदर साडी मनशा, साडा टीचा की है? सानू हाले तक क्लीयर ही नहीं होया। यही कारण है कि साडे मन अंदर समय समय ते साडियां इच्छावां मनशावां बदलदियां रहिंदियां। साडा गोल की है? जिन्हां नूं अपने जीवन का मकसद ही नहीं हाले तक पता चलिया, उन्हां ने की जीवन जीना। इसे करके बाणी कहती है कि बेअंत लोग इस संसार विच ऐसे ने जिहड़े व्यर्थ जीवन जी के चले जाते हैं। व्यर्थ, क्योंकि जीवन का कोई गोल ही नहीं, जीवन का कोई मकसद ही नहीं। जिन्हां दा कोई गोल नहीं, जिन्हां दा कोई जीवन विच मकसद नहीं, वो अक्सर ही इधर उधर धक्के खांदे रहिंदे ने। कदी काम वासना विच, कदी क्रोध विच, कदी लोभ विच, कदी मोह विच, कदे ईर्ष्या, कदे निंदा, कदे उस्तत, कदे मान अपमान। इन्हां चीज़ां विच उलझ के जीवन बर्बाद हो जाता है, क्योंकि टीचा ही नहीं है कोई। मन विच एक मनशा नहीं है, मन विच बेअंत मनशावां ने। सानू लगता है कि फलानी चीज़ मिल जाएगी बड़ा सुख हो जाएगा, बस उस तो बाद होर की चाहिए भला। लोग कहते हैं बस एक बारी नौकरी मिल गई फिर की चाहिए, फिर तो कुछ चाहिए ही नहीं। लोग कहते एक बारी धी पुत मिल गया, औलाद मिल गई, मुड़के की लेना, मुड़के तो चाहिए नहीं कुछ। पर कदी ऐसा होया कि बाद में कदे कुछ चाहया ना होवे बंदे ने, कि बाद में कदे कोई चाहत ना कीती होवे? ऐसा होया ही नहीं अज तक। नौकरी मिल जाण तो बाद होर बहुत सारियां इच्छावां, होर बहुत सारे कारज उन्हां विच उलझ गया। हुण यही करदा रहिंदा है कि इंक्रीमेंट लग जाए तो बड़ा सुख होएगा, प्रमोशन हो जाए तो बड़ा मज़ा आएगा। फिर की चाहिए? प्रमोशन होगी तो होर की चाहिए? असीं अक्सर कहते रहने हैं फलानी चीज़ मिल गई फिर की चाहिए। एक बारी कनेडा का वीज़ा लग गया फिर की चाहिए? कनेडा जाओ, फिर उत्थे जाके हुण वर्क परमिट लग जाए फिर की चाहिए? वर्क परमिट लग गया, हुण बस किसी तरह PR की फाइल लग जाए फिर की चाहिए? PR की फाइल लग गई, हुण चाहुंदा 2 साल के विच बाद 2-3 साल सिटीजन हो जावां फिर की चाहिए? सिटीजन हो गया, हुण सोचदा है हुण बेसमेंट किराए ते लई सी, घर ते रहिंदे सी, हुण सोचदा है कि अपना घर बन जाए, होर की चाहिए? सारी जिंदगी होर की चाहिए, होर की चाहिए करदे लंघ जाती। सारा जीवन इस तरह लंघ जाता है, चाहे असीं इत्थे बैठे हैं, चाहे कनेडा अमरीका जिथे मर्जी है, सारी जिंदगी यही है कि होर की लेना, होर की लेना। बस मन सानू झूठा आश्वासन, झूठा भरोसा दिंदा रहिंदा लीडरां वांगू कि बस आ चीज़ कर दिओ, इस बारी जिता दिओ, फिर देखियो तुहानू दोबारा लोड़ ही नहीं पैनी वोटां पाउण दी। इस तरह साडा मन है कि बस आ एक बारी चीज़ मिल जाए फिर नहीं कोई लोड़, फिर नहीं कोई जरूरत। इस करके सतगुरु समझाउंदे, सतगुरु कहंदे मनसा एक बस, उस वाहिगुरू तो बिना होर कोई मनशा नहीं। मनसा एक मान, हाँ मन विच सिर्फ उस वाहिगुरू की मनशा, बस सिर्फ उस परमेश्वर, उहदे तो बिना होर कोई नहीं। गुर स्यों नेत ध्यान, हाँ गुरु दे नाल नित ध्यान गुरु विच लगा रहे, नित ध्यान उहदे विच, क्योंकि जिहड़ी साडी मनशा है वो वाहिगुरू, ते वाहिगुरू दी जे मनशा है मन विच तां फिर ध्यान सुभावक है कि गुरु दा होवेगा। साडे जे मन विच मनशा माया दी है तां फिर उस माया नूं हासिल करन दा जो जरिया होवेगा साडा ध्यान उहदे विच लगेगा, साडा ध्यान उन्हां चीज़ां विच लगेगा। इसलिए मनशा वाहिगुरू दी है तां ध्यान गुरु वल नूं जावेगा ही जावेगा। सतगुरु कहंदे मनसा एक मान, हाँ गुर स्यों नेत ध्यान, हाँ नेत मतलब नित,
ਨਿੱਤ, ਕਿ ਗੁਰੂ ਵੱਲ ਨੂੰ ਨਿੱਤ ਧਿਆਨ ਲੱਗਾ ਰਹੇ। ਬਸ ਗੁਰੂ ਤੋਂ ਬਿਨਾਂ ਧਿਆਨ ਵਿੱਚ ਕੁਛ ਹੋਰ ਹੈ ਹੀ ਨਹੀਂ, ਸਿਰਫ ਉਹਦਾ ਹੀ ਧਿਆਨ, ਸਿਰਫ ਉਹਦਾ ਹੀ ਖਿਆਲ, ਸਿਰਫ ਉਹਦਾ ਹੀ ਵਿਚਾਰ। ਇਸ ਲਈ ਸਾਡੇ ਧਿਆਨ ਵਿੱਚ ਉਹ ਹੋਵੇ, ਸਾਡੇ ਧਿਆਨ ਵਿੱਚ। ਧਿਆਨ ਵਿੱਚ ਹੋਣ ਦਾ ਮਤਲਬ ਕੀ ਹੁੰਦਾ ਹੈ? ਧਿਆਨ ਵਿੱਚ ਹੋਣ ਦਾ ਮਤਲਬ ਕੀ? ਕਈ ਵਾਰੀ ਅਸੀਂ ਆਪਣੇ ਪਰਿਵਾਰ ਵਿੱਚ ਬੈਠੇ ਹਾਂ, ਸਾਰੇ ਬੈਠੇ ਆਪਸ ਵਿੱਚ ਗੱਲਾਂ ਕਰ ਰਹੇ ਨੇ, ਖਾ ਪੀ ਰਹੇ ਹਾਂ, ਤੇ ਤੁਹਾਡਾ ਧੀ ਪੁੱਤ ਜਾਂ ਤੁਸੀਂ ਜਾਂ ਕੋਈ ਹੋਰ ਪਰਿਵਾਰ ਦਾ ਮੈਂਬਰ ਉਹ ਕਿਸੇ ਹੋਰ ਹੀ ਖਿਆਲਾਂ ਵਿੱਚ ਗਵਾਚਾ ਹੋਇਆ। ਬਾਕੀ ਸਾਰੇ ਬੜੇ ਵਧੀਆ ਤਰੀਕੇ ਨਾਲ ਗੱਲਬਾਤ ਕਰ ਰਹੇ ਨੇ, ਹੱਸ ਖੇਡ ਰਹੇ ਨੇ, ਉਹ ਕਿਸੇ ਹੋਰ ਪਾਸੇ ਹੀ ਹੈ। ਤੁਸੀਂ ਉਹਨੂੰ ਹਿਲਾ ਕੇ ਪੁੱਛਦੇ ਹੋ ਤੇਰਾ ਧਿਆਨ ਕਿੱਥੇ ਹੈ? ਉਹ ਅੱਗੋਂ ਕਹਿੰਦਾ ਨਹੀਂ ਮੈਂ ਕੁਛ ਵੀ ਨਹੀਂ, ਮੈਂ ਸੁਣ ਰਿਹਾ, ਮੈਂ ਦੇਖ ਰਿਹਾ। ਜਦ ਕਿ ਉਹ ਨਾ ਕੁਝ ਸੁਣ ਰਿਹਾ ਹੈ, ਨਾ ਕੁਝ ਦੇਖ ਰਿਹਾ ਹੈ, ਉਹਦਾ ਧਿਆਨ ਕਿਧਰੇ ਹੋਰ ਲੱਗਾ ਹੋਇਆ, ਉਹ ਕਿਸੇ ਹੋਰ ਚੀਜ਼ ਵਿੱਚ ਲੱਗਾ ਹੋਇਆ। ਫਿਜ਼ੀਕਲੀ, ਸਰੀਰਕ ਤੌਰ ਤੇ ਉਹ ਤੁਹਾਡੇ ਵਿੱਚ ਮੌਜੂਦ ਹੈ, ਪ੍ਰੈਜ਼ੈਂਟ ਹੈ, ਉਹਦੀ ਪ੍ਰੈਜ਼ੈਂਸ ਹੈ ਤੁਹਾਡੇ ਵਿੱਚ, ਪਰ ਮਾਨਸਿਕ ਤੌਰ ਤੇ ਉਹ ਤੁਹਾਡੇ ਵਿੱਚ ਮੌਜੂਦ ਨਹੀਂ ਹੈ। ਉਹ ਮੌਜੂਦ ਕਿੱਥੇ ਹੈ? ਉਹ ਮੌਜੂਦ ਉੱਥੇ ਹੈ ਜਿੱਥੇ ਉਹਦਾ ਧਿਆਨ ਹੈ। ਇਸ ਲਈ ਸਾਡੇ ਧਿਆਨ ਵਿੱਚ ਕੀ ਹੈ? ਅਸੀਂ ਕਿੱਥੇ ਬੈਠੇ ਹਾਂ, ਇਹ ਗੱਲ ਬਿਲਕੁਲ ਵੱਖਰੀ ਹੈ। ਸਾਡੇ ਧਿਆਨ ਵਿੱਚ ਕੀ ਬੈਠਾ ਹੈ, ਗੱਲ ਇਹ ਇੰਪੋਰਟੈਂਟ ਹੈ। ਲੋਕ ਬੈਠੇ ਹੁੰਦੇ ਨੇ ਧਰਮ ਸਥਾਨ ਤੇ, ਮੰਦਿਰ, ਗੁਰਦੁਆਰੇ, ਮਸਜਿਦ, ਪਰ ਧਿਆਨ ਵਿੱਚ ਕੁਝ ਹੋਰ ਬੈਠਾ ਹੋਇਆ, ਧਿਆਨ ਕਿਧਰੇ ਹੋਰ ਲੱਗਾ ਹੋਇਆ। ਇਸ ਲਈ ਸਤਿਗੁਰੂ ਕਹਿੰਦੇ ਜੇ ਮਨਸ਼ਾ ਵਾਹਿਗੁਰੂ ਦੀ ਹੈ ਤਾਂ ਧਿਆਨ ਵਿੱਚ ਗੁਰੂ ਹੋਣਾ ਚਾਹੀਦਾ ਹੈ, ਉਹਦੇ ਤੋਂ ਬਿਨਾਂ ਕੁਝ ਹੋਰ ਨਹੀਂ। ਮਨਸਾ ਏਕ ਮਾਨ ਹਾਂ, ਗੁਰ ਸਿਉ ਨੇਤ ਧਿਆਨ ਹਾਂ, ਦ੍ਰਿੜ ਸੰਤ ਮੰਤ ਗਿਆਨ ਹਾਂ। ਆਪਣੇ ਹਿਰਦੇ ਵਿੱਚ ਗੁਰੂ ਦਾ, ਸਾਧੂ ਦਾ ਮੰਤਰ, ਸਾਧੂ ਦਾ ਮਤ ਦ੍ਰਿੜ ਕਰ। ਦ੍ਰਿੜ ਕਰਨਾ ਮਤਲਬ ਪੱਕਾ ਕਰਨਾ। ਜੋ ਗੁਰੂ ਦੀ ਸਿੱਖਿਆ ਹੈ, ਜੋ ਗੁਰੂ ਦਾ ਉਪਦੇਸ਼ ਹੈ, ਉਸ ਨੂੰ ਦ੍ਰਿੜ ਕਰ। ਪਹਿਲੀ ਗੱਲ ਵਾਹਿਗੁਰੂ ਦੀ ਮਨਸ਼ਾ ਮਨ ਵਿੱਚ, ਦੂਸਰੀ ਗੱਲ ਗੁਰੂ ਦਾ ਧਿਆਨ, ਤੀਸਰੀ ਗੱਲ ਗੁਰੂ ਦਾ ਮੰਤਰ, ਗੁਰੂ ਦਾ ਉਪਦੇਸ਼, ਉਸ ਨੂੰ ਆਪਣੇ ਹਿਰਦੇ ਵਿੱਚ ਪੱਕਾ ਕਰ, ਉਹਨੂੰ ਦ੍ਰਿੜ ਕਰ। ਸੰਤ ਮੰਤ ਗਿਆਨ, ਗੁਰੂ ਦਾ ਗਿਆਨ, ਜੋ ਗੁਰੂ ਨੇ ਕਿਹਾ, ਜੋ ਗੁਰੂ ਨੇ ਸਮਝਾਇਆ, ਜੋ ਸ਼ਬਦ ਵਿੱਚ ਤੁਸੀਂ ਪੜ੍ਹਿਆ, ਜੋ ਕਥਾ ਕੀਰਤਨ ਦੇ ਵਿੱਚ ਤੁਸੀਂ ਸੁਣਿਆ, ਉਸ ਨੂੰ ਦ੍ਰਿੜ ਕਰੋ, ਉਹਨੂੰ ਆਪਣੇ ਹਿਰਦੇ ਵਿੱਚ ਪੱਕਾ ਕਰੋ, ਉਹਦੇ ਉੱਤੇ ਪਹਿਰਾ ਦੇਵੋ ਕਿ ਜੇ ਗੁਰੂ ਨੇ ਕਿਹਾ ਕਿ ਆਹ ਕੰਮ ਨਹੀਂ ਕਰਨਾ ਤਾਂ ਉਹਦੇ ਉੱਤੇ ਅੜ ਜਾਵੋ। ਦੂਸਰਿਆਂ ਲਈ ਨਹੀਂ, ਆਪਣੇ ਲਈ। ਅਸੀਂ ਲੋਕ ਉਲਟਾ ਕਰਦੇ ਹਾਂ, ਅਸੀਂ ਲੋਕ ਦੂਸਰਿਆਂ ਨੂੰ ਹਟਾਉਣ ਲੱਗ ਜਾਂਦੇ ਹਾਂ ਕਿ ਇਹ ਕੰਮ ਗਲਤ ਹੈ, ਗੁਰੂ ਸਾਹਿਬ ਨੇ ਰੋਕਿਆ, ਨਹੀਂ ਕਰਨਾ, ਪਰ ਆਪ ਨਹੀਂ ਹਟਦੇ। ਦੂਸਰੇ ਨੂੰ ਨਹੀਂ, ਦੂਸਰੇ ਦਾ ਖਿਆਲ ਛੱਡੋ। ਦੂਸਰਾ ਸਵਰੇ, ਸੁਧਰੇ ਨਾ ਸੁਧਰੇ, ਕੋਈ ਫਰਕ ਨਹੀਂ ਪੈਂਦਾ। ਅਸੀਂ ਸਵਰਦੇ ਹਾਂ, ਸੁਧਰਦੇ ਹਾਂ ਕਿ ਨਹੀਂ, ਫਰਕ ਇਸ ਗੱਲ ਨਾਲ ਪੈਂਦਾ ਹੈ। ਸਾਡਾ ਜੀਵਨ ਸਵਰਦਾ ਹੈ ਕਿ ਨਹੀਂ, ਫਰਕ ਇਸ ਗੱਲ ਨਾਲ ਪੈਂਦਾ ਹੈ। ਦੂਸਰਾ ਆਦਮੀ ਵੀ ਸਾਡੇ ਤੋਂ ਪ੍ਰਭਾਵਿਤ ਹੁੰਦਾ ਹੈ। ਜੇ ਕੋਈ ਸਾਡੀ ਗੱਲ ਸੁਣ ਕੇ ਨਹੀਂ ਮੰਨਦਾ ਤਾਂ ਇਹ ਮੰਨ ਲਵੋ ਕਿ ਸਾਡਾ ਖੁਦ ਦਾ ਮਨ ਨਹੀਂ ਉਸ ਗੱਲ ਨੂੰ ਮੰਨਦਾ, ਇਸ ਕਰਕੇ ਦੂਸਰਾ ਸਾਡੀ ਗੱਲ ਨਹੀਂ ਮੰਨਦਾ। ਤਾਂ ਕਰਕੇ ਸਤਿਗੁਰੂ ਕਹਿੰਦੇ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ, ਗੁਰੂ ਦੀ ਮੱਤ ਨੂੰ ਆਪਣੇ ਅੰਦਰ ਦ੍ਰਿੜ ਕਰ ਲੈ। ਦ੍ਰਿੜ ਸੰਤ ਮੰਤ ਗਿਆਨ ਹਾਂ, ਸੇਵਾ ਗੁਰ ਚਰਾਨ ਹਾਂ। ਗੁਰੂ ਦੇ ਚਰਨਾਂ ਦੀ ਸੇਵਾ, ਨਿਰੰਤਰ ਗੁਰੂ ਦੇ ਚਰਨਾਂ ਵਿੱਚ ਸੇਵਾ ਵਿੱਚ ਜੁੜੇ ਰਹੋ।
ਨਿਰੰਤਰ ਹੈ। ਸਤਿਗੁਰੂ ਕਹਿੰਦੇ ਉਹਦੇ ਚਰਨਾਂ ਨੂੰ ਸੇਵ, ਉਹਦੀ ਸੇਵਾ ਵਿੱਚ ਲੱਗ, ਉਹਦੀ ਸੇਵਾ ਵਿੱਚ ਲੱਗਿਆਂ ਹੀ ਉਹਦੀ ਰਹਿਮਤ, ਉਹਦੀ ਬਖਸ਼ਿਸ਼ ਹੋਣੀ ਹੈ। ਸਤਿਗੁਰੂ ਕਹਿੰਦੇ ਤੋ ਇਹਨਾਂ ਸਭ ਗੱਲਾਂ ਨਾਲ ਤੋ ਮਿਲੀਐ ਗੁਰ ਕਿਰਪਾਨ ਮੇਰੇ ਮਨ। ਤਦੋਂ ਵਾਹਿਗੁਰੂ ਮਿਲਦਾ ਜਦੋਂ ਵਾਹਿਗੁਰੂ ਕਿਰਪਾਲੂ ਹੋ ਜਾਂਦਾ ਹੈ, ਜਦੋਂ ਗੁਰੂ ਕਿਰਪਾ ਕਰ ਦਿੰਦਾ ਹੈ, ਜਦੋਂ ਗੁਰੂ ਰਹਿਮਤ ਬਖਸ਼ਿਸ਼ ਕਰਦਾ ਹੈ, ਤਦੋਂ। ਉਸ ਤੋਂ ਬਿਨਾਂ ਨਹੀਂ। ਰਹਾਓ ਟੂਟੇ ਅੰਨ ਭਰਾਨ ਹਨ। ਜੋ ਮਨ ਦੇ ਵਿੱਚ ਹੋਰ ਬਹੁਤ ਤਰ੍ਹਾਂ ਦੇ ਭਰਾਣ ਭਰਮ ਨੇ, ਉਹ ਟੁੱਟ ਜਾਣ। ਉਹਨਾਂ ਦਾ ਟੁੱਟ ਜਾਣਾ ਜ਼ਰੂਰੀ ਹੈ। ਮਨ ਦੀ ਭਟਕਣਾ, ਮਨ ਦੇ ਵਹਿਮ, ਮਨ ਦੇ ਵਿਚਾਰ, ਉਹ ਟੁੱਟਣਗੇ ਹੀ। ਸਾਨੂੰ ਤਕਲੀਫ ਇਸੇ ਕਰਕੇ ਹੁੰਦੀ ਹੈ ਕਿਉਂਕਿ ਅਸੀਂ ਉਹਨਾਂ ਵਿਚਾਰਾਂ ਦੇ ਨਾਲ ਜੀਵਨ ਜੀਵਿਆ, ਉਹਨਾਂ ਨੂੰ ਤਿਆਗਣਾ ਬੜਾ ਕਠਿਨ ਹੁੰਦਾ ਹੈ। ਗਲਤ ਚੀਜ਼ਾਂ ਨਾਲ ਅਸੀਂ ਆਪਣਾ ਸਮੁੱਚਾ ਜੀਵਨ ਜੀਵਿਆ, ਹੁਣ ਕਿਵੇਂ ਉਹਨਾਂ ਨੂੰ ਤਿਆਗੀਏ? ਇਸ ਕਰਕੇ ਦਿੱਕਤ ਹੁੰਦੀ ਹੈ ਤੇ ਅਸੀਂ ਸਮਝ ਵੀ ਨਹੀਂ ਪਾਉਂਦੇ। ਅਸੀਂ ਸਮਝਦੇ ਹਾਂ ਕਿ ਸ਼ਾਇਦ ਜੇ ਇਹਨਾਂ ਵਿਚਾਰਾਂ ਨੂੰ, ਇਹਨਾਂ ਗੱਲਾਂ ਨੂੰ ਤਿਆਗ ਦੇਵਾਂਗੇ ਤਾਂ ਅਸੀਂ ਬਚਾਂਗੇ ਹੀ ਨਹੀਂ, ਕਿਉਂਕਿ ਉਹੀ ਸਾਡੀ ਸਰਮਾਇਆ ਪੂੰਜੀ ਹੈ। ਸਾਡੀ ਹਉਮੈ, ਸਾਡੇ ਵਿਚਾਰ, ਸਾਡੀ ਸੋਚ, ਜੋ ਹੁਣ ਤੱਕ ਅਸੀਂ ਅਖਤਿਆਰ ਕੀਤੀ ਹੈ, ਜੋ ਹੁਣ ਤੱਕ ਅਸੀਂ ਜੀਵਨ ਵਿੱਚ ਕਮਾਈ ਹੈ। ਇਹ ਨਾ ਸਮਝੋ ਕਿ ਪੈਸਾ ਸਾਡੀ ਸਰਮਾਇਆ ਪੂੰਜੀ ਹੈ, ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ। ਕਿਉਂਕਿ ਪੈਸਾ ਤਾਂ ਸਾਡਾ ਰਹਿ ਜਾਂਦਾ ਇੱਥੇ ਤਰਿਆ ਤਰਾਇਆ। ਜੋ ਕੁਝ ਅਸੀਂ ਆਪਣੇ ਦਿਮਾਗ ਵਿੱਚ ਬਚਪਨ ਤੋਂ ਲੈ ਕੇ ਹੁਣ ਤੱਕ ਇਕੱਠਾ ਕੀਤਾ, ਚੰਗੇ ਮੰਦੇ ਵਿਚਾਰ, ਆਪਣੀ ਧਾਰਨਾ, ਜੋ ਵੀ ਅਸੀਂ ਆਪਣੇ ਮਨ ਵਿੱਚ ਬਿਠਾਈ ਹੋਈ ਹੈ ਧਾਰਨਾ ਕਿਸੇ ਵੀ ਕਿਸਮ ਦੀ, ਅਸੀਂ ਕਿਸ ਤਰ੍ਹਾਂ ਦੀ ਵਿਚਾਰਧਾਰਾ ਦੇ ਧਾਰਨੀ ਹੋ ਗਏ ਹਾਂ, ਕਿਸ ਤਰ੍ਹਾਂ ਦੀ ਸੋਚ ਦੇ ਮਾਲਕ ਹੋ ਗਏ ਹਾਂ। ਸਾਡਾ ਨਜ਼ਰੀਆ, ਸਾਡਾ ਵੇ, ਸਾਡਾ ਜੀਵਨ ਜਿਉਣ ਦਾ ਢੰਗ, ਇਹ ਸਾਡੀ ਅਸਲ ਵਿੱਚ ਸਰਮਾਇਆ ਪੂੰਜੀ ਹੁੰਦੀ ਹੈ। ਦੌਲਤ ਤਾਂ ਆਉਂਦੀ ਜਾਂਦੀ ਰਹਿੰਦੀ ਆ, ਚੀਜ਼ਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਕਦੇ ਘੱਟ ਕਦੇ ਵੱਧ, ਕਦੀ ਦੁੱਖ ਕਦੀ ਸੁੱਖ, ਉਹ ਤੇ ਜੀਵਨ ਦਾ ਇੱਕ ਵੱਖਰਾ ਪੱਖ ਹੈ। ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਜੋ ਮਨ ਦੇ ਵਿੱਚ ਬੰਦਾ ਗਲਤ ਚੀਜ਼ਾਂ ਨੂੰ ਸਹੀ ਸਮਝ ਕੇ ਬੈਠਾ ਹੁੰਦਾ ਹੈ, ਜੋ ਉਸ ਨੂੰ ਭਰਮ ਹੁੰਦਾ, ਉਹ ਗਲਤ ਨੂੰ ਸਹੀ ਸਮਝੀ ਬੈਠਾ। ਜਿਵੇਂ ਅਸੀਂ ਲੋਕ ਸਮਝਦੇ ਹਾਂ ਕਿ ਸਰਕਾਰਾਂ ਸਾਨੂੰ ਕੁਝ ਚੀਜ਼ਾਂ ਮੁਫਤ ਦਿੰਦੀਆਂ, ਪੂਰੇ ਦੇਸ਼ ਨੂੰ ਵੈਕਸੀਨੇਸ਼ਨ ਮੁਫਤ ਦਿੱਤਾ ਗਿਆ। ਬਹੁਤ ਵੱਡਾ ਭਰਮ ਹੈ ਸਾਡੇ ਮਨ ਵਿੱਚ ਇਹ। ਮੁਫਤ ਸਾਨੂੰ ਅੱਜ ਤੱਕ ਇੱਕ ਦਾਣਾ ਨਹੀਂ ਮਿਲਿਆ, ਇੱਕ ਚੀਜ਼ ਨਹੀਂ ਅੱਜ ਤੱਕ ਮੁਫਤ ਦਿੱਤੀ ਕਿਸੇ ਵੀ ਸਰਕਾਰ ਨੇ। ਤੁਸੀਂ ਜਿੰਨੇ ਟੈਕਸ ਲੱਗ ਗਏ, ਜਿੰਨਾ ਪੈਟਰੋਲ ਡੀਜ਼ਲ ਤੇ ਟੈਕਸ ਲੱਗਿਆ, ਹੁਣ ਦੁੱਧ ਦਹੀਂ ਤੇ ਟੈਕਸ ਲੱਗ ਗਿਆ, ਹੋਰ ਹਰ ਚੀਜ਼ਾਂ ਤੇ, ਇੱਥੋਂ ਤੱਕ ਕਿ ਤੁਸੀਂ ਜਦੋਂ ਕਿਸੇ ਵੱਡੇ ਸਟੋਰ ਵਿੱਚੋਂ ਸਮਾਨ ਖਰੀਦਣ ਜਾਂਦੇ ਹੋ, ਤੁਹਾਨੂੰ 2 ਵਾਰੀ ਟੈਕਸ ਦੇਣਾ ਪੈਂਦਾ ਉੱਥੇ। ਇੱਕ ਵਾਰੀ ਉਸ ਚੀਜ਼ ਦੇ ਜਿਹੜਾ ਪ੍ਰੋਡਕਟ ਹੈ, ਉਹ ਕੰਪਨੀ ਵੱਲੋਂ ਟੈਕਸ ਉਹਦੇ ਤੇ ਲੱਗਾ ਹੁੰਦਾ, ਉਹਦੇ ਉੱਤੇ ਪੜ੍ਹੋਗੇ, ਉਹਦੇ ਉੱਤੇ ਲਿਖਿਆ ਹੁੰਦਾ ਕਿ ਆਲ ਟੈਕਸ ਇਨਕਲੂਡ। ਪਰ ਜਦੋਂ ਤੁਸੀਂ ਉਸ ਨੂੰ ਖਰੀਦ ਕੇ ਉਹਦੀ ਬਿਲਿੰਗ ਕਰਾਉਂਦੇ ਹੋ, ਬਿੱਲ ਨੂੰ ਪੜ੍ਹਿਓ ਧਿਆਨ ਨਾਲ, ਉਸ ਬਿੱਲ ਦੇ ਉੱਤੇ ਹੋਰ ਟੈਕਸ ਲੱਗਾ ਹੋਇਆ, ਉਹਦੇ ਉੱਤੇ ਹੋਰ ਲੱਗਾ ਹੋਇਆ। ਅਸੀਂ ਸੋਚਦੇ ਹਾਂ ਕਿ ਅਸੀਂ ਦੁਕਾਨ ਨਾਲੋਂ, ਜਿਹੜੀ ਸਾਡੇ ਗੁਆਂਢ ਵਿੱਚ ਦੁਕਾਨ ਹੈ, ਉਹਦੇ ਨਾਲੋਂ ਸਸਤਾ ਖਰੀਦ ਲਿਆ ਹੈ। ਸਾਨੂੰ ਇਹ ਲੱਗਿਆ ਕਿ ਅਸੀਂ ਸਸਤਾ ਖਰੀਦ ਲਿਆ, ਪਰ ਅਸਲ ਵਿੱਚ ਸਾਨੂੰ ਉਸੇ ਰੇਟ ਤੇ ਮਿਲਿਆ ਜਿਸ ਰੇਟ ਤੇ ਸਾਡੀ ਦੁਕਾਨ ਵਾਲੇ ਨੇ ਸਾਨੂੰ ਗੁਆਂਢ ਵਿੱਚ ਦਿੱਤੀ ਚੀਜ਼। ਸਾਨੂੰ ਲੱਗਿਆ ਕਿ MRP ਤੋਂ ਘੱਟ ਰੇਟ ਤੇ ਮਿਲਿਆ, ਦੁਕਾਨਦਾਰ ਤਾਂ MRP ਤੇ ਦਿੰਦਾ, ਪਰ ਜਿਹੜੇ ਮਾਲ ਵਾਲੇ ਨੇ, ਜਿਹੜੇ ਸਟੋਰ ਵਾਲੇ ਨੇ, ਉਹ ਸਾਨੂੰ 5% 10% ਘੱਟ ਦਿੰਦੇ ਨੇ, ਬਿਲਕੁਲ ਵੀ ਨਹੀਂ ਦਿੰਦੇ। ਉਹ ਬਾਅਦ ਵਿੱਚ ਬਿਲਿੰਗ ਦੇ ਹੇਠਾਂ ਉਹਨਾਂ ਨੇ ਟੈਕਸ ਲਾਇਆ ਹੋਇਆ ਕਿ ਇੰਨਾ ਫਲਾਣੀ ਚੀਜ਼ ਦੇ ਉੱਤੇ, ਇੰਨਾ ਫਲਾਣੀ ਚੀਜ਼ ਦੇ ਉੱਤੇ 200-400 ਰੁਪਇਆ ਤੁਸੀਂ ਟੈਕਸ ਦੇ ਕੇ ਆਏ। ਅਸੀਂ ਉਸ ਟੈਕਸ ਵਾਲਾ ਕਦੀ ਪੜ੍ਹਿਆ ਹੀ ਨਹੀਂ।
ਸਾਨੂੰ ਹਮੇਸ਼ਾ ਹੀ ਇਹ ਲੱਗਦਾ ਰਿਹਾ ਕਿ ਸਰਕਾਰਾਂ ਚੀਜ਼ਾਂ ਮੁਫਤ ਦਿੰਦੀਆਂ। ਸਰਕਾਰ ਨੇ ਕਦੇ ਚੀਜ਼ ਕੋਈ ਮੁਫਤ ਨਹੀਂ ਦਿੱਤੀ। ਉਹਨਾਂ ਨੇ ਤੁਹਾਡੇ ਕੋਲੋਂ ਟੈਕਸ ਲਿਆ, ਲੁੱਟਿਆ ਤੁਹਾਨੂੰ ਬਹੁਤ, ਹਮੇਸ਼ਾ ਹੀ। ਅਸੀਂ ਗਲਤ ਨੂੰ ਸਹੀ ਸਮਝਦੇ ਰਹਿੰਦੇ ਹਾਂ। ਸਾਨੂੰ ਦਿਖਾਇਆ ਇਹ ਜਾਂਦਾ ਕਿ ਦੇਖੋ ਮੁਫਤ ਦਿੱਤਾ ਜਾ ਰਿਹਾ, ਮੁਫਤ ਟੀਕਾਕਰਨ ਹੋ ਰਿਹਾ, ਦਿਖਾਇਆ ਇਹ ਜਾਂਦਾ, ਪਰ ਪਿਛਲੇ ਪਾਸਿਓਂ ਸਾਡੀ ਜੇਬ ਵਿੱਚੋਂ ਪੈਸੇ ਕੱਢ ਲਏ ਜਾਂਦੇ, ਸਾਨੂੰ ਪਤਾ ਵੀ ਨਹੀਂ ਚੱਲਦਾ। ਇਸੇ ਤਰ੍ਹਾਂ ਹੋਰ ਸਾਡੇ ਜੀਵਨ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਮੰਨੀ ਬੈਠੇ ਹਾਂ, ਪਰ ਉਹ ਸੱਚ ਨਹੀਂ ਹੁੰਦੀਆਂ। ਸਤਿਗੁਰੂ ਕਹਿੰਦੇ ਇਹ ਭਰਮ ਟੁੱਟਣੇ ਚਾਹੀਦੇ ਨੇ, ਇਹ ਭਰਮ ਟੁੱਟਣੇ ਚਾਹੀਦੇ ਨੇ। ਜਦ ਤੱਕ ਭਰਮ ਨਹੀਂ ਨਾ ਟੁੱਟਦਾ, ਉਦੋਂ ਤੱਕ ਗੱਲ ਬਣਦੀ ਨਹੀਂ। ਸਤਿਗੁਰੂ ਕਹਿੰਦੇ ਟੂਟੇ ਅੰਨ ਭਰਾਨ ਹਾਂ। ਜਿੰਨੇ ਵੀ ਮਨ ਵਿੱਚ ਭਰਮ ਸੀ ਨਾ, ਵਹਿਮ, ਸਭ ਟੁੱਟ ਗਏ। ਜੋ ਵੀ ਮੈਂ ਗਲਤ ਨੂੰ ਸਹੀ ਮੰਨੀ ਬੈਠਾ ਸੀ, ਉਹ ਸਭ ਖਤਮ ਹੋ ਗਿਆ। ਟੂਟੇ ਅੰਨ ਭਰਾਨ ਹਾਂ, ਰਵਿਓ ਸਰਬ ਥਾਨ ਹਾਂ। ਹੁਣ ਮੇਰੇ ਮਨ ਵਿੱਚ ਇਹ ਗੱਲ ਦ੍ਰਿੜ ਹੋ ਗਈ ਕਿ ਪ੍ਰਮਾਤਮਾ ਤਾਂ ਸਾਰੀਆਂ ਥਾਵਾਂ ਵਿੱਚ ਰਵਿਆ ਹੋਇਆ। ਪਹਿਲਾਂ ਮੇਰੇ ਮਨ ਵਿੱਚ ਇਹ ਭਰਮ ਸੀ ਕਿ ਰੱਬ ਸਿਰਫ ਉੱਥੇ ਵਸਦਾ ਜਿੱਥੇ ਮੈਂ ਮੰਨਦਾ। ਜਿਵੇਂ ਹਿੰਦੂ ਮੰਨਦਾ ਕਿ ਪ੍ਰਮਾਤਮਾ ਮੰਦਿਰ ਵਿੱਚ ਹੀ ਵਸਦਾ। ਅੱਜ ਦੇ ਸਮੇਂ ਵਿੱਚ ਹਾਲਾਤ ਐਸੇ ਹੋਏ ਪਏ ਨੇ ਕਿ ਲੋਕ ਕਹਿੰਦੇ ਨੇ ਕਿ ਮਸਜਿਦ ਵਿੱਚ ਰੱਬ ਵਸਦਾ ਤਾਂ ਹੈ, ਪਰ ਤਾਂ ਜੇ ਉੱਥੇ ਸਾਡਾ ਸ਼ਿਵਲਿੰਗ ਲੱਗਾ ਹੈ ਤਾਂ, ਅਦਰਵਾਈਜ਼ ਨਹੀਂ। ਅਗਿਆਨ ਵਾਪੀ ਕੀ ਹੋਇਆ ਤੁਹਾਨੂੰ ਪਤਾ ਹੀ ਹੈ। ਥੋੜਾ ਥੋੜਾ ਆਲੇ ਦੁਆਲੇ ਦੀ ਵੀ ਖਬਰ ਰੱਖਿਆ ਕਰੋ। ਉਹ ਕਹਿੰਦੇ ਕਿ ਹਾਂ ਵਸਦਾ ਹੈ, ਮਸਜਿਦ ਵਿੱਚ ਰੱਬ ਵਸਦਾ ਹੈ, ਪਰ ਢਾਹ ਕੇ ਉੱਥੇ ਮੰਦਿਰ ਬਣਾ ਦਿਓ ਤਾਂ ਵਸਦਾ ਹੈ। ਉਹ ਦੇਖਣਾ ਚਾਹੁੰਦਾ ਹੈ ਭਗਵਾਨ ਨੂੰ, ਪਰ ਆਪਣੇ ਨਜ਼ਰੀਏ ਤੋਂ ਦੇਖਣਾ ਚਾਹੁੰਦਾ ਹੈ। ਇਹ ਵੀ ਭਰਮ ਹੈ। ਸਤਿਗੁਰੂ ਕਹਿੰਦੇ ਵਾਹਿਗੁਰੂ ਰਵਿਆ ਹੋਇਆ ਸਾਰੀਆਂ ਥਾਵਾਂ ਵਿੱਚ, ਪਰਮਾਤਮਾ ਵਸਿਆ ਹੋਇਆ ਸਾਰੀਆਂ ਥਾਵਾਂ ਵਿੱਚ, ਪਰ ਬੰਦਾ ਕਿੱਥੇ ਦੇਖਦਾ? ਬੰਦਾ ਦੇਖਦਾ ਕਿਸੇ ਇੱਕ ਥਾਂ ਜਿੱਥੇ ਉਹਦੇ ਆਪਣੀ ਸ਼ਰਧਾ ਦਾ ਨਾਮ ਦਿੱਤਾ ਹੈ, ਜਿਹਨੂੰ ਉਹਨੇ ਆਪਣੇ ਧਰਮ ਦਾ ਨਾਮ ਦਿੱਤਾ ਹੈ। ਸਤਿਗੁਰੂ ਕੀ ਕਹਿੰਦੇ? ਸਤਿਗੁਰੂ ਕਹਿੰਦੇ ਵਾਹਿਗੁਰੂ ਸਾਰੀਆਂ ਥਾਵਾਂ ਵਿੱਚ ਹੈ। ਮਨ ਵਿੱਚੋਂ ਇਹ ਭਰਮ ਨਿਕਲੇ ਕਿ ਰੱਬ ਸਿਰਫ ਗੁਰਦੁਆਰੇ ਵਿੱਚ ਹੈ, ਰੱਬ ਸਿਰਫ ਮੰਦਿਰ ਵਿੱਚ ਹੈ, ਰੱਬ ਸਿਰਫ ਮਸਜਿਦ ਵਿੱਚ ਹੈ। ਨਹੀਂ, ਉਹ ਹਰ ਥਾਂ ਹੈ, ਉਹ ਕਣ ਕਣ ਵਿੱਚ ਸਮਾਇਆ। ਉਹ ਉੱਥੇ ਵੀ ਹੈ ਜਿੱਥੇ ਅਸੀਂ ਕਲਪਨਾ ਵੀ ਨਹੀਂ ਕਰਦੇ। ਸਾਡੇ ਦੁਸ਼ਮਣ ਦੇ ਘਰ ਉਹ ਉੱਥੇ ਵੀ ਹੈ ਜਿੱਥੇ ਅਸੀਂ ਕਦੀ ਸਿਰ ਝੁਕਾਉਣਾ ਤੇ ਦੂਰ ਦੀ ਗੱਲ ਹੈ, ਅਸੀਂ ਕੋਲੋਂ ਦੀ ਲੰਘਣਾ ਵੀ ਪਸੰਦ ਨਹੀਂ ਕਰਦੇ ਕਿਸੇ ਦੂਸਰੇ ਦਾ ਧਰਮ ਮੰਦਰ। ਸ਼ਮਸ਼ਾਨ ਉਹਨਾਂ ਸਾਰੀਆਂ ਥਾਵਾਂ ਵਿੱਚ ਹੈ। ਇਸ ਲਈ ਸਤਿਗੁਰੂ ਕਹਿੰਦੇ ਉਹ ਸਭ ਥਾਂ ਹੀ ਹੈ। ਕਦੋਂ ਇਸ ਗੱਲ ਦਾ ਪਤਾ ਚੱਲਦਾ? ਜਦੋਂ ਮਨ ਦੇ ਭਰਮ ਟੁੱਟਦੇ ਨੇ, ਜਦੋਂ ਮਨ ਦੇ ਭਰਮ ਭੁਲੇਖੇ ਖਤਮ ਹੁੰਦੇ ਨੇ, ਜਦੋਂ ਦੂਸਰੇ ਮੈਨੂੰ ਆਪਣੇ ਜੈਸੇ ਦਿਸਣ ਲੱਗ ਪੈਂਦੇ ਨੇ। ਜੈਸਾ ਮੈਂ ਹਾਂ ਵੈਸੇ ਦੂਸਰੇ ਨੇ। ਜੇ ਮੇਰੇ ਤੋਂ ਗਲਤੀ ਹੋ ਸਕਦੀ ਹੈ ਤਾਂ ਸੁਭਾਵਿਕ ਹੈ ਦੂਸਰੇ ਆਦਮੀ ਤੋਂ ਵੀ ਹੋ ਸਕਦੀ ਹੈ। ਜਦੋਂ ਸਾਡਾ ਦ੍ਰਿਸ਼ਟੀਕੋਣ ਇਹ ਹੋ ਜਾਂਦਾ ਹੈ, ਜਦੋਂ ਇਸ ਢੰਗ ਨਾਲ ਅਸੀਂ ਦੇਖਣ ਲੱਗ ਜਾਂਦੇ ਹਾਂ ਕਿ ਜੇ ਮੇਰੇ ਤੋਂ ਗਲਤੀ ਹੋ ਸਕਦੀ ਹੈ, ਮੈਂ ਜਾਣਬੁੱਝ ਕੇ ਨਹੀਂ ਕੀਤੀ। ਹਰ ਬੰਦਾ ਇਹੀ ਕਹਿੰਦਾ ਨਾ ਕਿ ਮੈਂ ਜਾਣਬੁੱਝ ਕੇ ਗਲਤੀ ਨਹੀਂ ਕੀਤੀ। ਜਦੋਂ ਇਹੀ ਵਿਚਾਰ ਸਾਡਾ ਦੂਸਰੇ ਲਈ ਵੀ ਬਣ ਜਾਂਦਾ ਹੈ ਕਿ ਉਹਨੇ ਵੀ ਜਾਣਬੁੱਝ ਕੇ ਨਹੀਂ ਕੀਤੀ ਹੋਣੀ, ਹੋ ਗਈ ਹੋਣੀ ਹੈ, ਫਿਰ ਸਾਨੂੰ ਅਕਲ ਆਉਂਦੀ ਹੈ, ਫਿਰ ਗੱਲ ਬਣਦੀ ਹੈ। ਸਤਿਗੁਰੂ ਕਹਿੰਦੇ ਜਦੋਂ ਭਰਮ ਟੁੱਟਦਾ ਹੈ, ਟੂਟੇ ਅੰਨ ਭਰਾਨ ਹਾਂ, ਰਵਿਓ ਸਰਬ ਥਾਨ ਹਾਂ। ਸਾਰਿਆਂ ਵਿੱਚੋਂ ਦਿਸ ਪਿਆ ਕਿ ਜੈਸਾ ਮੈਂ ਵੈਸੇ ਦੂਸਰੇ ਲੋਕ ਵੀ। ਤਦੋਂ ਵਾਹਿਗੁਰੂ ਦੂਸਰਿਆਂ ਵਿੱਚੋਂ ਦਿਸਦਾ ਹੈ। ਲਹਿਓ ਜੰਮ ਭਿਆਨ ਹਾਂ। ਜੰਮ ਦਾ ਡਰ, ਜੰਮ ਦਾ ਭੈ ਲੱਥ ਗਿਆ। ਜੰਮ ਦਾ ਭੈ ਨਹੀਂ ਹੋਣਾ। ਮੌਤ ਦਾ ਕਾਹਦਾ ਭੈ? ਜਿਸ ਚੀਜ਼ ਨੇ ਆਉਣਾ ਹੀ ਹੈ ਉਸ ਤੋਂ ਤੁਸੀਂ ਡਰੋ ਜਾਂ ਨਾ ਡਰੋ, ਕੀ ਫਰਕ ਪੈਂਦਾ? ਮੌਤ ਕਦੇ ਐਸਾ ਹੋਇਆ ਕਿ ਟਲ ਗਈ ਹੋਵੇ?
ਜਿਹੜਾ ਆਦਮੀ ਬਹੁਤ ਵੱਡਾ ਸੂਰਮਾ ਹੈ, ਮੌਤ ਉਹਨੂੰ ਵੀ ਆ ਜਾਂਦੀ ਹੈ। ਜਿਹੜਾ ਕੋਈ ਵਿਚਾਰਾ ਕਮਜ਼ੋਰ, ਡਰਪੋਕ, ਡਰਾਕਲ, ਮੌਤ ਉਹਨੂੰ ਵੀ ਆ ਜਾਂਦੀ ਹੈ। ਬਚਿਆ ਤੇ ਕੋਈ ਵੀ ਨਹੀਂ। ਮੌਤ ਚੋਰ ਨੂੰ ਵੀ ਆ ਜਾਂਦੀ ਹੈ ਤੇ ਸਾਧੂ ਨੂੰ ਵੀ ਆ ਜਾਂਦੀ, ਪੁੰਨ ਕਰਨ ਵਾਲੇ ਨੂੰ ਵੀ ਤੇ ਪਾਪ ਕਰਨ ਵਾਲੇ ਨੂੰ ਵੀ। ਇਸ ਲਈ ਜਿਹਨੇ ਆਉਣਾ ਹੀ ਹੈ ਉਹਦੇ ਤੋਂ ਫਿਰ ਕੀ ਡਰਨਾ। ਸਤਿਗੁਰੂ ਕਹਿੰਦੇ ਇਸ ਲਈ ਗੁਰਮੁਖ ਜਿਹੜਾ ਹੈ ਉਹ ਜਦੋਂ ਸਾਰਿਆਂ ਵਿੱਚੋਂ ਵਾਹਿਗੁਰੂ ਨੂੰ ਦੇਖਦਾ, ਉਹ ਮੌਤ ਵਿੱਚੋਂ ਵੀ ਵਾਹਿਗੁਰੂ ਨੂੰ ਦੇਖ ਲੈਂਦਾ। ਰਵੇ ਉਹ ਸਰਵਥਾਨ ਹਾਂ, ਉਹ ਮੌਤ ਵਿੱਚੋਂ ਵੀ ਉਹਨੂੰ ਵੇਖ ਲੈਂਦਾ। ਇਸ ਕਰਕੇ ਉਹਦੇ ਲਈ ਮੌਤ ਵੀ ਪਿਆਰੀ ਹੈ ਉਹਨੂੰ। ਤਾਂ ਕਰਕੇ ਤਾਂ ਉਹ ਕਹਿੰਦਾ ਮੇਰੇ ਮਨ ਆਨੰਦ, ਕਿ ਮੇਰੇ ਲਈ ਤਾਂ ਮਰਨ ਲਈ ਵੀ ਮੇਰੇ ਮਨ ਵਿੱਚ ਆਨੰਦ ਹੈ, ਕਿ ਮੈਂ ਇਹਦੇ ਲਈ ਵੀ ਤਿਆਰ। ਮੈਂ ਬਹੁਤ ਸੁਖਦਾਈ ਜੀਵਨ ਜੀਵਿਆ, ਹੁਣ ਮੈਂ ਸੁਖਦਾਈ ਮੌਤ ਮਰਾਂਗਾ। ਭਗਤ ਦੀ ਸੋਚ ਇਹ ਹੈ ਕਿ ਮੈਂ ਵਾਹਿਗੁਰੂ ਦੇ ਨਾਲ ਜੁੜ ਕੇ ਬੜਾ ਸੁੱਖ ਭੋਗਿਆ ਜੀਵਨ ਵਿੱਚ, ਹੁਣ ਮੈਂ ਮੌਤ ਦੇ ਗਲ ਲੱਗ ਕੇ ਵੀ ਸੁੱਖ ਭੋਗਾਂਗਾ। ਉਹਦੀ ਦ੍ਰਿਸ਼ਟੀ ਤੇ ਸਾਡੀ ਦ੍ਰਿਸ਼ਟੀ ਵਿੱਚ ਇਹੀ ਅੰਤਰ ਹੈ। ਸਤਿਗੁਰੂ ਕਹਿੰਦੇ ਪਾਇਓ ਪੇੜ ਥਾਨ ਹਾਂ। ਪੇੜ ਮਤਲਬ ਦਰਖਤ। ਮੈਂ ਗੁਰੂ ਦਰਖਤ ਦੀ ਛਾਂ ਪ੍ਰਾਪਤ ਕਰ ਲਈ। ਮੈਨੂੰ ਗੁਰੂ ਦੀ ਛਾਂ ਮਿਲ ਗਈ, ਗੁਰੂ ਦੀ ਸ਼ਰਨ ਮਿਲ ਗਈ। ਗੁਰੂ ਦੀ ਸ਼ਰਨ ਵਿੱਚ ਆ ਕੇ ਅਸੀਂ ਆਪਣੇ ਆਪ ਨੂੰ ਬਹੁਤ ਸ਼ਾਂਤ, ਬੜੇ ਰਿਲੈਕਸ, ਬਹੁਤ ਹੀ ਟਿਕਾਅ ਵਿੱਚ ਮਹਿਸੂਸ ਕਰਦੇ ਹਾਂ। ਜਿਵੇਂ ਅਸੀਂ ਆਪਣੇ ਘਰ ਆ ਕੇ ਬੜਾ ਸੁਖੀ ਮਹਿਸੂਸ ਕਰਦੇ ਹਾਂ। ਬੰਦਾ ਘਰ ਆ ਕੇ ਭਾਵੇਂ ਜ਼ਮੀਨ ਤੇ ਲੇਟ ਜਾਏ, ਬੜਾ ਆਰਾਮ ਹੈ। ਕਿਸੇ ਦੂਸਰੇ ਦੇ ਘਰ ਜਾ ਕੇ, ਕਿਸੇ ਹੋਰ ਜਗ੍ਹਾ ਜਾ ਕੇ ਬਹੁਤ ਵਧੀਆ ਬਿਸਤਰ ਤੇ ਵੀ ਲੇਟ ਜਾਏ, ਆਰਾਮ ਨਹੀਂ ਹੈ। ਆਪਣੇ ਘਰ ਚਟਾਈ ਤੇ ਵੀ ਪੈ ਜਾਵੇ, ਬੜਾ ਸੁੱਖ ਹੈ। ਪਰ ਦੂਸਰੇ ਦੇ ਘਰ ਬਹੁਤ ਵਧੀਆ ਨਰਮ ਗਧੇਲੇ, ਬਹੁਤ ਵਧੀਆ, ਬਹੁਤ ਮਹਿੰਗੇ ਮੁੱਲ ਦਾ ਸੋਫਾ, ਉਹਦੇ ਉੱਤੇ ਵੀ ਆਰਾਮ ਨਹੀਂ ਹੈ। ਗੁਰੂ ਦੀ ਸ਼ਰਨ ਆ ਕੇ ਆਰਾਮ ਹੈ, ਸੁੱਖ ਹੈ। ਪਾਇਓ ਪੇੜ ਥਾਨ ਹਾਂ, ਤੋ ਚੁੱਕੀ ਸਗਲ ਕਾਨ। ਸਤਿਗੁਰੂ ਕਹਿੰਦੇ ਜਦੋਂ ਗੁਰੂ ਦੀ ਸ਼ਰਨ ਆ ਗਿਆ ਨਾ ਮੈਂ, ਤਦੋਂ ਕਾਣ, ਦੂਸਰਿਆਂ ਦੀ ਕਾਣ ਚੁੱਕ ਗਈ। ਹੁਣ ਮੈਨੂੰ ਕਿਸੇ ਦੀ ਮੁਹਤਾਜਗੀ ਨਹੀਂ ਕਰਨੀ ਪੈਂਦੀ, ਹੁਣ ਮੈਨੂੰ ਕਿਸੇ ਦੇ ਅੱਗੇ ਹੱਥ ਨਹੀਂ ਅੱਡਣਾ ਪੈਂਦਾ, ਹੁਣ ਮਿੰਨਤਾਂ ਨਹੀਂ ਕਰਨੀਆਂ ਪੈਂਦੀਆਂ ਦੂਸਰੇ ਦੀਆਂ। ਹੁਣ ਨਹੀਂ ਮੈਂ ਹੱਥ ਅੱਡਦਾ ਕਿਸੇ ਦੇ ਅੱਗੇ। ਅਸੀਂ ਜਦੋਂ ਆਪਣੇ ਅੰਦਰੋਂ ਇਸ ਗੱਲ ਨੂੰ ਜਾਣ ਲੈਂਦੇ ਹਾਂ ਕਿ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦਾਤਾਂ ਦੇਣ ਵਾਲਾ ਨਹੀਂ ਹੈ, ਉਹੀ ਸਭ ਦੇਣ ਵਾਲਾ ਹੈ, ਤਾਂ ਫਿਰ ਬੰਦਾ ਕਿਸੇ ਬੰਦੇ ਦੇ ਅੱਗੇ ਹੱਥ ਨਹੀਂ ਅੱਡਦਾ। ਉਹਦੀ ਮੁਹਤਾਜੀ ਚੁੱਕ ਗਈ, ਉਹ ਹੁਣ ਵਾਹਿਗੁਰੂ ਦੇ ਚਰਨਾਂ ਨਾਲ ਜਾ ਜੁੜਿਆ ਹੈ। ਇਸ ਲਈ ਸਤਿਗੁਰੂ ਕਹਿੰਦੇ ਜੋ ਚਾਹੀਦਾ ਉਹਦੇ ਕੋਲ ਮੰਗ ਲਵਾਂਗੇ, ਇਹਨਾਂ ਮੰਗਤਿਆਂ ਤੋਂ ਕੀ ਮੰਗਣਾ। ਮੁਹਤਾਜੀ ਚੁੱਕੀ ਗਈ। ਤੋ ਚੁੱਕੀ ਸਗਲ ਕਾਨ ਹਾਂ, ਲਹਿਨੋ ਜਿਸ ਮਥਾਨ ਹਾਂ। ਸਤਿਗੁਰੂ ਕਹਿੰਦੇ ਉਹਨੇ ਲਿਆ, ਉਹਨੇ ਹਾਸਲ ਕੀਤਾ ਜਿਹਦੇ ਭਾਗ ਜਾਗ ਪਏ, ਜਿਹਦੇ ਮੱਥੇ ਤੇ ਭਾਗ ਪ੍ਰਗਟ ਹੋ ਗਏ। ਲਹਿਓ ਜਿਸ ਮਥਾਨ ਹਾਂ, ਭੈ ਪਾਵਕ ਪਾਰ ਪਰਾਨ ਹਾਂ। ਸਤਿਗੁਰੂ ਕਹਿੰਦੇ ਭੈ ਪਾਵਕ, ਡਰ ਦਾ ਇਹ ਡਰ ਦੀ ਅਗਨ, ਇਹਨੂੰ ਪਾਰ ਕਰ ਗਏ। ਭੈ ਸਾਗਰ, ਭਵ ਸਾਗਰ, ਭੌਜਲ, ਜਿਹੜਾ ਇਹ ਈਰਸ਼ਾ ਦੀ, ਤ੍ਰਿਸ਼ਨਾ ਦੀ ਅੱਗ ਨਾਲ ਭਰਿਆ ਹੋਇਆ, ਜਿਹਦੇ ਵਿੱਚ ਆਦਮੀ ਨਿਰੰਤਰ ਸੜਦਾ ਰਹਿੰਦਾ, ਨਿਰੰਤਰ। ਈਰਸ਼ਾ ਦੇ ਵਿੱਚ ਆਦਮੀ ਦੇ ਸਰੀਰ ਨੂੰ ਅੱਗ ਨਹੀਂ ਲੱਗਦੀ, ਸਰੀਰ ਦਾ ਕੁਝ ਨਹੀਂ ਵਿਗੜਦਾ, ਪਰ ਅੰਦਰੋਂ ਅੰਦਰ ਹੀ ਆਦਮੀ ਸੜਦਾ ਜਾਂਦਾ ਹੈ, ਹੌਲੀ ਹੌਲੀ ਰਾਖ ਹੁੰਦਾ ਜਾਂਦਾ ਹੈ ਅੰਦਰੋਂ। ਸਤਿਗੁਰੂ ਕਹਿੰਦੇ ਇਹ ਭੈ ਪਾਵਕ ਦਾ ਸਾਗਰ ਜਿਹੜਾ ਹੈ, ਇਹਦੇ ਵਿੱਚੋਂ ਬੰਦਾ ਪਾਰ ਲੰਘ ਗਿਆ। ਭੈ ਪਾਵਕ ਪਾਰ ਪ੍ਰਾਨ ਹਾਂ, ਗੁਰੂ ਨੇ ਪਾਰ ਲੰਘਾ ਦਿੱਤਾ। ਨਿਜ ਘਰ ਤੇ ਸੈਥਾਨ ਹਾਂ, ਜਿਹੜਾ ਪਾਰ ਲੰਘ ਗਿਆ ਈਰਸ਼ਾ, ਨਫ਼ਰਤ, ਵਿਸ਼ਿਆਂ, ਵਿਕਾਰਾਂ ਤੋਂ, ਸਤਿਗੁਰੂ ਕਹਿੰਦੇ ਉਹ ਆਪਣੇ ਘਰ ਪਹੁੰਚ ਗਿਆ। ਨਿਜ ਘਰ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨਿਜ ਘਰ ਮਹਿਲ ਵਸ, ਮਹਿਲ ਜਿਹਨੂੰ ਪ੍ਰਾਪਤ ਹੋਇਆ, ਬਹੁਰ ਨਾ ਭਉ ਜਲ ਫੇਰਾ, ਉਹਨਾਂ ਦਾ ਦੁਬਾਰਾ ਭਵ ਸਾਗਰ ਦੇ ਵਿੱਚ ਫੇਰਾ ਨਹੀਂ ਹੁੰਦਾ। ਉਹ ਸਹਿਜੇ ਸੁੱਖ ਪ੍ਰਾਪਤ ਹੋ ਗਿਆ ਉਹਨਾਂ ਨੂੰ। ਨਿਜ ਘਰ ਤਿਸੈ ਥਾਨ ਹਾਂ, ਹਰ ਰਸ ਰਸੈ ਮਾਨ ਹਾਂ। ਉਹਨਾਂ ਨੇ ਵਾਹਿਗੁਰੂ ਦੇ ਨਾਮ ਦਾ ਰਸ ਮਾਣ ਲਿਆ। ਹਰ ਰਸ ਰਸੈ ਮਾਨ ਹਾਂ, ਵਾਹਿਗੁਰੂ ਦੇ ਨਾਮ ਰਸ ਨੂੰ ਉਹਨਾਂ ਨੇ ਮਾਣਿਆ। ਲਾਥੀ ਤਿਸ ਭੁਖਾਨ ਹਾਂ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਜਾਣ ਲਿਆ, ਉਹਨਾਂ ਦੀ ਤ੍ਰਿਸ਼ਨਾ ਦੀ ਭੁੱਖ ਲੱਥ ਗਈ।
ਮਾਇਆ ਦੀ ਭੁੱਖ ਨਹੀਂ ਹੁਣ, ਕਿਸੇ ਕਿਸਮ ਦੀ ਵਿਸ਼ਿਆਂ ਵਿਕਾਰਾਂ ਦੀ ਵਾਸਨਾਵਾਂ ਦੀ ਕੋਈ ਭੁੱਖ ਨਹੀਂ। ਲਾਥੀ ਤਿਸ ਭੁਖਾਨ ਹਾਂ, ਨਾਨਕ ਸਹਿਜ ਸਮਾਇਓ ਰੇ ਮਨਾ। ਸਤਿਗੁਰੂ ਕਹਿੰਦੇ ਹੇ ਮਨ, ਉਹ ਸਹਿਜ ਵਿੱਚ ਜੁੜ ਕੇ ਉਸ ਵਾਹਿਗੁਰੂ ਵਿੱਚ ਸਮਾ ਗਿਆ, ਉਹਦੇ ਅੰਦਰ ਸਹਿਜ ਆ ਗਿਆ। ਜਿਹੜੇ ਆ ਸਾਰੇ ਗੁਣ, ਸਾਰੀਆਂ ਚੀਜ਼ਾਂ ਜੋ ਇਸ ਸ਼ਬਦ ਵਿੱਚ ਸਤਿਗੁਰੂ ਨੇ ਦੱਸੀਆਂ, ਸਤਿਗੁਰੂ ਕਹਿੰਦੇ ਉਹ ਸਹਿਜ ਵਿੱਚ ਸਮਾ ਗਿਆ ਉਹ ਆਦਮੀ। ਸਹਿਜੇ ਤੁਸੀਂ ਟਿਕੋ, ਜਿਵੇਂ ਹੀ ਤੁਸੀਂ ਟਿਕੋਗੇ, ਜਿਵੇਂ ਹੀ ਤੁਸੀਂ ਸਥਿਰ ਹੋਵੋਗੇ, ਉਹਦੇ ਨਾਲ ਸਾਂਝ ਫਿਰ ਪਵੇਗੀ। ਭਟਕ ਕੇ, ਦੌੜ ਭੱਜ ਕਰਕੇ ਸਾਂਝ ਨਹੀਂ ਪੈਂਦੀ, ਟਿਕ ਕੇ ਟਿਕਣਾ ਪੈਂਦਾ। ਅਸੀਂ ਦੌੜ ਭੱਜ ਕਰਕੇ, ਆਪਣੇ ਕੰਮ ਧੰਦੇ ਕਰਕੇ ਅਖੀਰ ਆਪਣੇ ਘਰ ਆ ਕੇ ਟਿਕਦੇ ਹਾਂ। ਬਿਲਕੁਲ ਐਸਾ ਹੀ ਸਭ ਕੁਝ ਕਰ ਕਰਾ ਕੇ ਜਦੋਂ ਬੰਦਾ ਟਿਕ ਜਾਂਦਾ ਹੈ ਕਿ ਕੁਛ ਨਹੀਂ ਹਾਸਲ ਹੋਇਆ, ਕਿਤੇ ਆਰਾਮ ਸਹਿਜ ਵਿੱਚ ਆ ਕੇ ਮਿਲਿਆ। ਸਹਿਜ ਸਮਾਇਓ, ਸਤਿਗੁਰੂ ਕਹਿੰਦੇ ਸਹਿਜ ਵਿੱਚ ਜੁੜ ਕੇ ਆਦਮੀ ਉਸ ਵਾਹਿਗੁਰੂ ਵਿੱਚ ਸਮਾ ਗਿਆ। ਸਤਿਗੁਰੂ ਰਹਿਮਤ ਕਰੇ, ਇਹ ਸਹਿਜ ਉਹਦੀ ਕਿਰਪਾ, ਇਹ ਸਾਨੂੰ ਗੁਰੂ ਦੇ ਦਰੋਂ ਉਹਦੀ ਬਖਸ਼ਿਸ਼ ਨਾਲ ਹਾਸਲ ਹੋਵੇ, ਕਿਉਂਕਿ ਉਹਦੀ ਬਖਸ਼ਿਸ਼ ਤੋਂ ਬਿਨਾਂ ਉਹ ਮਿਲਦਾ ਨਹੀਂ। ਸਤਿਗੁਰੂ ਕਹਿੰਦੇ ਤੋ ਮਿਲੀ ਹੈ ਗੁਰ ਕਿਰਪਾਨ ਮੇਰੇ ਮਨਾ। ਤਦੋਂ ਮਿਲੀਦਾ ਜਦੋਂ ਗੁਰੂ ਕਿਰਪਾਲੂ ਹੋ ਜਾਂਦਾ ਹੈ। ਹੋਈਆਂ ਬੇਅੰਤ ਭੁੱਲਾਂ ਲਿਖੇਮਾ। ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣ ਜੋ ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।